हेलो एवरीवन। सो आज स्टार्ट करते हैं ਅਸੀਂ अपना चैप्टर जो कि है ਰੀਅਲ ਨੰਬਰਸ। ਦਿਸ ਇਜ਼ ਫॉर ਕਲਾਸ 9th। ਜਿਨ੍ਹਾਂ ਬੱਚਿਆਂ ਨੂੰ ਕਲਾਸ 9th ਦੇ ਵਿੱਚ ਮੈਥਸ ਡਿਫਿਕਲਟ ਲੱਗਦਾ ਹੈ ਸੋ ਉਹਨਾਂ ਦੇ ਲਈ ਇਹ ਵੀਡੀਓ ਮੈਂ ਬਣਾ ਰਹੀ ਹਾਂ। ਸੋ ਫਸਟ ਚੈਪਟਰ ਦੇ ਵਿੱਚ ਬਹੁਤ ਹੀ ਈਜ਼ੀ ਕੁਐਸਚਨਸ ਨੇ, ਸੋ ਆਪਾਂ ਉਹਨਾਂ ਨੂੰ ਸੋਲਵ ਕਰਾਂਗੇ ਐਂਡ ਹੋਰ ਵੀ ਮੈਂ ਇਹਦੇ ਵਿੱਚ ਤੁਹਾਨੂੰ ਦੱਸਾਂਗੀ ਕਿ ਫਾਰਮੂਲਾਜ਼ ਕਿਵੇਂ ਅਪਲਾਈ ਹੋਣੇ ਆ ਐਂਡ ਆਲ ਦੈਟ। ਸੋ ਸਟਾਰਟ ਕਰਦੇ ਹਾਂ। ਦ ਚੈਪਟਰ ਦਾ ਨੇਮ ਹੈ ਰੀਅਲ ਨੰਬਰ। ਸੋ ਪਹਿਲਾਂ ਆਪਾਂ ਨੰਬਰਸ ਦੇ ਬਾਰੇ ਜਾਣਦੇ ਹਾਂ। ਨੰਬਰਸ ਕੀ ਨੇ? ਨੰਬਰਸ ਬਹੁਤ ਤਰ੍ਹਾਂ ਦੇ ਹੁੰਦੇ ਆ, ਜਿਵੇਂ ਕਿ ਰੈਸ਼ਨਲ ਨੰਬਰ। ਹੁਣ ਰੈਸ਼ਨਲ ਨੰਬਰਸ ਕਿਹੜੇ ਨੇ? ਰੈਸ਼ਨਲ ਨੰਬਰਸ ਉਹ ਨੰਬਰਸ ਨੇ ਜਿਹੜੇ P upon Q ਦੀ ਫਾਰਮ 'ਚ ਹੁੰਦੇ ਆ, ਤੇ Q ਹੈ ਜੋ ਇੱਥੇ ਉਹ 0 ਨਹੀਂ ਹੁੰਦਾ। ਠੀਕ ਹੈ, ਜਿਵੇਂ ਕਿ ਦੇਖੋ 6 upon 5 ਇਹ ਰੈਸ਼ਨਲ ਨੰਬਰ ਹੈ ਕਿਉਂਕਿ ਇਸ ਨੂੰ ਆਪਾਂ ਕੱਟ ਨਹੀਂ ਕਰ ਸਕਦੇ। ਹੁਣ ਆਪਾਂ ਗੱਲ ਕਰਦੇ ਹਾਂ ਇਰੈਸ਼ਨਲ ਨੰਬਰਸ ਦੀ। ਇਰੈਸ਼ਨਲ ਨੰਬਰਸ ਕਿਹੜੇ ਹੁੰਦੇ ਨੇ? ਉਹ ਨੰਬਰ ਜਿਹੜੇ ਕਿ ਆਪਸ ਦੇ ਵਿੱਚ ਡਿਵਾਈਡ ਹੋ ਜਾਂਦੇ ਨੇ, ਜਿਵੇਂ ਕਿ 4 upon 2। ਜਦੋਂ ਇਸ ਨੂੰ ਕੱਟ ਕਰੋਗੇ ਆਨਸਰ ਕਿੰਨਾ ਆਏਗਾ? 2। ਬਟ ਗੱਲ ਇਹ ਹੈ ਕਿ Q ਇੱਥੇ ਵੀ 0 ਨਹੀਂ ਹੋ ਸਕਦਾ। P upon Q ਹੈ ਲੇਕਿਨ ਇਹਨਾਂ ਦੀ ਕਟਿੰਗ ਹੋ ਸਕਦੀ, ਬਟ Q 0 ਨਹੀਂ ਹੋਏਗਾ। ਨੰਬਰ 3 ਆ ਗਏ ਡੈਸੀਮਲ ਨੰਬਰਸ। ਡੈਸੀਮਲ ਨੰਬਰਸ ਦੇ ਵਿੱਚ ਕੀ ਹੋਏਗਾ? ਜਿਵੇਂ ਕਿ ਤੁਸੀਂ ਆਮ ਤੌਰ ਤੇ ਪੜ੍ਹਦੇ ਹੋ 1.732 1.414। ਸੋ ਐਵੇਂ ਦੇ ਨੰਬਰਸ ਨੇ ਜੋ ਉਹ ਡੈਸੀਮਲਸ ਨੰਬਰ ਹੁੰਦੇ ਨੇ। ਉਸ ਤੋਂ ਬਾਅਦ ਨੰਬਰ 4 ਤੇ ਗੱਲ ਕਰਦੇ ਹਾਂ ਆਪਾਂ ਨੈਚੁਰਲ ਨੰਬਰਸ ਦੀ। ਜੋ ਨੈਚੁਰਲ ਨੰਬਰਸ ਨੇ ਸਾਡੇ ਕੋਲ ਉਹ ਸਟਾਰਟ ਹੁੰਦੇ ਆ 1 ਤੋਂ 1 2 3 4 ਅਪ ਟੂ 9 ਤੱਕ। ਤੇ 5th ਨੰਬਰ ਤੇ ਗੱਲ ਕਰਦੇ ਹਾਂ ਆਪਾਂ ਹੋਲ ਨੰਬਰਸ ਦੀ। ਹੋਲ ਨੰਬਰਸ ਜਿਹੜੇ ਸਟਾਰਟ ਹੁੰਦੇ ਸਾਡੇ 0 ਤੋਂ 0 1 2 3 4 5 ਐਂਡ ਅਪ ਟੂ ਸੋ ਔਨ। ਸੋ ਇਹ ਸਾਡੇ ਸਾਰੇ ਹੋ ਗਏ ਨੰਬਰ। ਇਸ ਤੋਂ ਇਲਾਵਾ ਜਿਹੜੇ ਹੋਰ ਸਾਡੇ ਕੋਲ ਨੰਬਰਸ ਨੇ ਉਹ ਹੈਗੇ ਆ ਇੰਟੀਜਰਸ। ਠੀਕ ਹੈ, ਇੰਟੀਜਰਸ ਦੇ ਵਿੱਚ ਸਾਡੇ ਕੋਲ ਦੋ ਤਰ੍ਹਾਂ ਦੇ ਨੰਬਰਸ ਆ ਜਾਂਦੇ ਆ। ਪਹਿਲਾਂ ਇੰਟੀਜਰਸ ਨੂੰ ਡਿਨੋਟ ਕਿਹਦੇ ਨਾਲ ਕਰੋਗੇ? Z ਦੇ ਨਾਲ, ਜਿਵੇਂ ਕਿ ਇਹ ਨੰਬਰ ਲਾਈਨ ਹੈ। ਠੀਕ ਹੈ, ਸੋ ਸਾਡੀ ਰਾਈਟ ਸਾਈਡ ਤੇ ਸਾਰੇ ਪੋਜ਼ਿਟਿਵ ਨੰਬਰ ਆਣਗੇ ਤੇ ਸਾਡੀ ਲੈਫਟ ਸਾਈਡ ਤੇ ਸਾਰੇ ਨੈਗੇਟਿਵ ਨੰਬਰਸ, ਜਿਵੇਂ -1 -2 -3 -4 -5 1 2 3 4 5। ਠੀਕ ਹੈ, ਇਹ ਹੋ ਗਏ ਸਾਡੇ ਇੰਟੀਜਰਸ। ਸੋ ਇੰਟੀਜਰ ਕਿਹੜੇ ਹੁੰਦੇ ਆ? ਪੋਜ਼ਿਟਿਵ ਇੰਟੀਜਰਸ ਵੀ ਹੁੰਦੇ ਆ ਤੇ ਨੈਗੇਟਿਵ ਵੀ ਹੁੰਦੇ ਆ। ਇਸ ਤੋਂ ਇਲਾਵਾ ਸਾਡੇ ਕੋਲ ਆ ਜਾਂਦੇ ਆ ਨੰਬਰ 7 ਤੇ ਈਵਨ ਨੰਬਰਸ। ਈਵਨ ਨੰਬਰਸ ਜੋ 2 ਦੇ ਨਾਲ ਡਿਵੀਜ਼ੀਬਲ ਨੇ, 2 4 6 8। ਔਡ ਨੰਬਰਸ ਨੇ ਜੋ ਸਾਡੇ ਕੋਲ ਉਹ ਨੇ 1 3 5 7 ਐਂਡ 9। ਠੀਕ ਹੈ, ਜੋ 2 ਦੇ ਨਾਲ ਡਿਵਾਈਡ ਨਹੀਂ ਹੁੰਦੇ। ਸੋ ਹੁਣ ਗੱਲ ਕਰਦੇ ਹਾਂ ਕੁਝ ਸਟੈਂਡਰਡ ਰਿਜ਼ਲਟਸ ਦੇ। ਜਿਵੇਂ ਕਿ ਦੇਖੋ ਸਟੈਂਡਰਡ ਰਿਜ਼ਲਟਸ ਦੇ ਵਿੱਚ ਸਾਡੇ ਕੋਲ ਜੋ ਇਸ ਚੈਪਟਰ ਦੇ ਵਿੱਚ ਆਪਾਂ ਯੂਜ਼ ਕਰਨੇ ਨੇ ਉਹਨਾਂ ਦੇ ਵਿੱਚ ਸਾਡੇ ਕੋਲ ਫਰਸਟ ਆਉਂਦਾ ਹੈ ਜੋ ਉਹ ਹੈ ਜਿਵੇਂ √AB। ਸੋ ਇਸ ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ? √A√B। ਜਿਵੇਂ ਕਿ ਕੋਈ ਸਾਡੇ ਕੋਲ ਨੰਬਰ ਹੈ, ਮੰਨ ਲਓ ਉਹ 12 ਹੈ। ਸੋ ਇਸ ਨੂੰ ਆਪਾਂ ਕਿਵੇਂ ਲਿਖ ਸਕਦੇ ਹੋ? 12 ਕਿਹੜੇ ਟੇਬਲ ਦੇ ਅੰਦਰ? 3 4 ਦਾ 12। ਸੋ ਇਸ ਨੂੰ ਆਪਾਂ ਲਿਖ ਸਕਦੇ ਹਾਂ √3 ਮਲਟੀਪਲਾਈ √4। ਹੁਣ ਅੰਡਰ ਰੂਟ ਸੀਗਾ ਤਾਂ ਇਸ ਕਰਕੇ ਆਪਾਂ ਇੱਥੇ ਅੰਡਰ ਰੂਟ ਹੀ ਲਿਖ ਦਿੱਤਾ। ਨੰਬਰ 2 ਦੇਖੋ, ਜੇਕਰ ਕੋਈ ਨੰਬਰ A ਮਲਟੀਪਲਾਈ A ਹੈ ਸੋ ਆਂਸਰ ਸਿੰਪਲੀ A ਆ ਜਾਏਗਾ, ਜਿਵੇਂ ਕਿ √3 ਮਲਟੀਪਲਾਈ √3। ਸੋ ਆਂਸਰ ਸਿੰਪਲੀ 3 ਆ ਜਾਏਗਾ। ਜੇਕਰ ਰੂਟ ਦੇ ਵਿੱਚ ਕੋਈ ਨੰਬਰ ਸੇਮ ਹੈ ਸੋ ਆਂਸਰ ਸਿਰਫ ਨੰਬਰ ਆਏਗਾ, ਰੂਟ ਨਹੀਂ ਆਏਗਾ। ਬਟ ਜੇ ਨੰਬਰ ਡਿਫਰੈਂਟ ਹੈ ਰੂਟ ਦੇ ਵਿੱਚ ਸੋ ਆਂਸਰ ਦੇ ਨਾਲ ਸਾਡੇ ਰੂਟ ਆਂਦਾ ਹੀ ਆਂਦਾ ਹੈ। ਸੋ ਇਹ ਗੱਲ ਬਿਲਕੁਲ ਨਹੀਂ ਭੁੱਲਣੀ, ਯਾਦ ਰੱਖਣੀ ਹੈ ਤੁਸੀਂ। ਅਗਲਾ ਰਿਜ਼ਲਟ ਲਿਖਦੇ ਹਾਂ। ਜਿਵੇਂ ਕਿ ਦੇਖੋ ਸਾਨੂੰ ਦਿੱਤਾ ਹੋਇਆ ਹੈ √A ਪਲਸ √B। ਇਸ ਨੂੰ ਮਲਟੀਪਲਾਈ ਕਰਨਾ ਹੈ √A ਮਾਈਨਸ √B ਦੇ ਨਾਲ। ਠੀਕ ਹੈ, ਸੋ ਜਦੋਂ ਇਹਨਾਂ ਨੂੰ ਆਪਾਂ ਮਲਟੀਪਲਾਈ ਕਰਦੇ ਹਾਂ ਆਪਸ ਦੇ ਵਿੱਚ, √A ਨੂੰ √A ਦੇ ਨਾਲ ਮਲਟੀਪਲਾਈ ਕੀਤਾ, ਆਂਸਰ ਕੀ ਆਏਗਾ? A ਮਾਈਨਸ √B ਨੂੰ √B ਦੇ ਨਾਲ ਮਲਟੀਪਲਾਈ ਕਰਾਂਗੇ, ਆਂਸਰ ਕੀ ਆਏਗਾ? B। ਸੋ ਆਂਸਰ ਇਸ ਦਾ ਕੀ ਆ ਗਿਆ? A ਮਾਈਨਸ B। ਸੌਖੇ ਤਰੀਕੇ ਨਾਲ ਸਮਝਾ ਦਿੰਨੀ ਆ। ਦੇਖੋ ਐਗਜ਼ਾਮਪਲ, ਜਿਵੇਂ ਕਿ √3 ਪਲਸ √4 ਹੈ। ਸੋ ਇੱਧਰ ਆਪਾਂ √3 ਮਾਈਨਸ √4 ਲਿਖ ਲੈਂਦੇ ਆ। ਜਦੋਂ √3 ਨੂੰ √3 ਦੇ ਨਾਲ ਮਲਟੀਪਲਾਈ ਕਰੋਗੇ ਆਂਸਰ 3 ਆਏਗਾ। ਮਾਈਨਸ ਪਲਸ ਮਾਈਨਸ ਮਾਈਨਸ ਹੁੰਦਾ, √4 ਨੂੰ √4 ਦੇ ਨਾਲ ਮਲਟੀਪਲਾਈ ਕਰੋਗੇ ਆਂਸਰ 4 ਆ ਜਾਏਗਾ। ਠੀਕ ਹੈ, ਅਗਲੇ ਸਟੈਂਡਰਡ ਰਿਜ਼ਲਟ ਦੀ ਗੱਲ ਕਰਦੇ ਹਾਂ। ਅਗਲੇ ਸਟੈਂਡਰਡ ਰਿਜ਼ਲਟ ਦੇ ਵਿੱਚ ਸਾਨੂੰ ਦਿੱਤਾ ਹੋਇਆ ਹੈ ਕਿ ਜਦੋਂ ਕੋਈ ਨੰਬਰ ਡਿਵੀਜ਼ੀਬਲ ਦੇ ਵਿੱਚ ਹੈ ਰੂਟ ਦੇ ਵਿੱਚ, ਸੋ ਇਸ ਨੂੰ ਆਪਾਂ ਡਿਫਰੈਂਟ ਵੀ ਲਿਖ ਸਕਦੇ ਹਾਂ। ਡਿਫਰੈਂਟ ਮਤਲਬ ਦੋਨਾਂ ਦਾ ਅਲੱਗ-ਅਲੱਗ ਰੂਟ ਲਗਾ ਕੇ।
ਜਿਵੇਂ रूट A अपॉन रूट B। ठीक हो गया। एग्जाम्पल देखो इसकी, जिमें कि रूट 4 अपॉन 3, सो इसमें आप लिख सकते हैं रूट 4 अपॉन रूट 3। ये पूरे का होल रूट से, सो इसमें डिफरेंट करके भी लिखा जा सकता है। नैक्सट रिजल्ट की गल करते हैं साडे, वो है जिस दे विच दो वैल्यूज ने तो इन्हों आप मल्टीप्लाई करके लिखना है। किमें लिखांगे, जिमें ए प्लस रूट बी दिता है, सो ए माइनस रूट बी। इसनों किमें लिखोगे, ए नू ए दे नाल मल्टीप्लाई करोगे, ए मल्टीप्लाई ए की बन जाएगा स्क्वायर, क्योंकि इस दे उत्ते रूट है नहीं। सिंपल वैल्यू है, इस दी पावर 1 इस दी पावर 1, बेस सेम, पावर्स की हो जाती है ऐड, ठीक है, प्लस। बट रूट वाली वैल्यू में जो रूट वाली वैल्यू के नाल मल्टीप्लाई करोगे, आंसर क्या आएगा, सेम नंबर। प्लस माइनस की हो जाएगा साडे कोल माइनस, एंड जो वैल्यूज ने वो की आ जाएगी सेम, ए स्क्वायर माइनस बी इज द आंसर आ जाएगा। नैक्सट गल करते हैं अगली आइडेंटिटी की। उस तो पहला इसकी भी एग्जाम्पल दे दें, 3 प्लस रूट 4, 3 माइनस रूट 4। सो 3 नू 3 के मल्टीप्लाई करोगे, आंसर कितना आएगा 9, माइनस रूट 4 नू रूट 4 के मल्टीप्लाई करोगे तो आंसर कितना आएगा 4। ठीक है, सो इन्होंने दोनों माइनस करोगे तो 5 आंसर आ गया। उस तो बाद गल करते हैं आप अगली आइडेंटिटी की, जो कि स्टैंडर्ड रिजल्ट ही है, ए प्लस रूट बी इज द होल स्क्वायर। ठीक है, ये किस इक्वल होगा। हुण देखो एक ना आप आइडेंटिटी पढ़ते हैं ए प्लस बी का होल स्क्वायर, एक ही है ए स्क्वायर प्लस बी स्क्वायर प्लस 2ab। सेम चीज़ इत्थे अप्लाई होंदी है, इसका स्क्वायर हो जाएगा, ठीक है, रूट ए का स्क्वायर प्लस रूट बी का स्क्वायर, इसका भी स्क्वायर हम लिख लिया, प्लस 2 रूट ए रूट बी। ठीक है, सो इसमें हूँ इत्थे लिख दिया मैं, रूट के नाल स्क्वायर कैंसल, कला ए आ गया, प्लस रूट के नाल स्क्वायर कैंसल बी आ गया, प्लस 2 रूट ए बी, क्योंकि नंबर डिफरेंट हो गए हूँ, सो रूट दे विच वैल्यू आ गई। इस तो इलावा एक साडे कोल होर स्टैंडर्ड रिजल्ट है, उसनों भी लिखना सीखते हैं। देखो जिमें कि सानू दिता है रूट ए प्लस रूट बी, तो उसनों आपां मल्टीप्लाई करना है रूट सी प्लस रूट डी दे नाल। सो किवें करोगे, पहला रूट ए नू ये पूरी वैल्यू के नाल मल्टीप्लाई किया जाऊगा, फिर रूट बी नू इस पूरी वैल्यू के नाल मल्टीप्लाई किया जाऊगा, जिमें कि रूट ए रूट सी प्लस रूट डी, फिर प्लस का साइन क्यों आया, क्योंकि इत्थे जो साइन सी वो की सी प्लस का, ये भी प्लस का आ गया। रूट बी नू मल्टीप्लाई कर देंगे रूट सी प्लस रूट डी दे नाल। सो इन्हां दोनों नू मल्टीप्लाई करिया ए सी, ए नू डी दे नाल कीता तां ए डी, प्लस बी नू सी दे नाल कीता बी सी, बी नू डी दे नाल कीता तां बी डी। ये आ गए कुछ साडे स्टैंडर्ड रिजल्ट्स। सो इस तो बाद गल करते हैं पावर वालियां इक्वेशनस दी, क्योंकि लॉज ऑफ एक्सपोनेंट्स है जो वो भी किते ना किते इस चैप्टर दे विच यूज हुंदा है। सो उसनों भी समझ लेने हैं। जो बेस सेम होवे, ठीक है, तो पावर की हो जाती है ऐड। ठीक है, बेस सेम किहड़े केस दे विच है, मल्टीप्लीकेशन दे विच। ठीक है, ए पावर की हो जाएगी ऐड। जो बेस सेम है, पावर्स डिफरेंट है, बट वो माइनस दे विच है, बेस सेम है, ए ही है ए, बट दोनों आपस में डिवाइड हो रहे हैं, तो आंसर दे विच पावर्स की हो जाएगियां माइनस, पावर्स की हो जाएगियां माइनस। उस तो इलावा एक होर चीज़ है इस दे विच, देखो ए दी पावर पी तो पूरे दी पावर क्यू, सो पावर मल्टीप्लाई हो जाएगी, सिर्फ पावर मल्टीप्लाई होएगी, नंबर मल्टीप्लाई नहीं होना। ए दी पावर माइनस पी, सो इसमें किमें लिखोगे 1 अपॉन ए दी पावर पी। ठीक है, माइनस वाली पावर होंगी है जो, तो 1 अपॉन जो वैल्यू है वो लिखी जाती है। ठीक है, हूँ जिमें ए दी पावर पी है, बी दी पावर भी पी है, पावर सेम है, बेस डिफरेंट है, तो बेस आपस में मल्टीप्लाई हो जाते हैं। ठीक है, ए बी तो पावर सेम आ जाती है। एग्जाम्पल इसकी भी देख लो, जिमें 3 दी पावर 2 तो 2 दी पावर भी 2 है, फिर 2 3 जा 6, 6 दी पावर की बन जाएगी 2। आई होप सारिਆਂ ਨੂੰ क्लीयर हो रहा है। जिमें देखो ए अपॉन बी इस पूरे दी पावर पी, इत्थे इसका आंसर की आएगा ए दी पावर पी, बी दी पावर पी। ठीक है, एग्जाम्पल देख लो, जिमें कि 4 अपॉन 5 दोनों दी पावर 2, किमें लिखोगे 4 दी पावर 2 अपॉन 5 दी पावर भी 2।
ਸੋ ਇਹ ਸੀਗੇ ਸਾਡੇ ਲਾਜ਼ ਆਫ ਐਕਸਪੋਨੈਂਟਸ ਦੇ ਕੁਝ ਰਿਜ਼ਲਟਸ ਜੋ ਕਿ ਸਾਡੇ ਰੀਅਲ ਨੰਬਰ ਚੈਪਟਰ ਦੇ ਵਿੱਚ ਯੂਜ਼ ਹੋਣੇ ਨੇ